सो +1 क्लास उम्मीद है कि तुसी कल दी वीडियो नूं ध्यान दे नाल सुनिया होएगा, तुहानूं समझ आया होएगा। ठीक है। सो लिविंग ऑर्गेनिज्म के जो करैक्टरिस्टिक्स हैगे आ, मैटाबोलिज्म तक तुहानूं कल समझाए सी। नाउ 6th जो इंपोर्टेंट करैक्टरिस्टिक जो है दैट इज़ होमियोस्टासिस। ओके। सो रिटन वर्क ਦੇ ਵਿੱਚ ਉੱਥੇ मैं नोटबुक ਜਦੋਂ ਚੈੱਕ ਕੀਤੀ ਹੈ ਤੇ ਉੱਥੇ ਬੱਚੇ ਦੇ ਸਪੈਲਿੰਗ ਨੂੰ ਠੀਕ ਕੀਤਾ ਹੋਇਆ। ਇੱਥੇ ਵੀ ਤੁਸੀਂ ਸਪੈਲਿੰਗ ਦੇਖ ਸਕਦੇ ਹੋ। ਸੋ ਹੋਮਿਓਸਟਾਸਿਸ, ਠੀਕ ਹੈ। ਸੋ ਮੋਸਟਲੀ ਇਹ ਜੋ ਕੁਐਸਚਨ ਹੈਗਾ ਮੈਂ 2 ਨੰਬਰ ਦੇ ਵਿੱਚ 2 ਮਾਰਕਸ ਦਾ ਕੁਐਸਚਨ ਜਿਹੜਾ ਹੈਗਾ ਉਹ ਪਾ ਦਿੰਦੀ ਹਾਂ ਨਾ। ਕਿਸੇ ਵੇਲੇ ਤੁਹਾਨੂੰ ਹਜੇ ਤੱਕ ਥੋੜਾ ਪੜ੍ਹ ਲਓ। ਬੋਰਡ ਦਾ ਜੋ ਪੇਪਰ ਦਾ ਸਟਾਈਲ ਹੈ ਉਹ ਵੀ ਤੁਹਾਨੂੰ ਦੱਸ ਦਾਂਗੇ। ਸੋ ਆਲ ਦਾ ਲਿਵਿੰਗ ਆਰਗੇਨਿਜ਼ਮਸ ਕੀਪ ਦੈਮਸੈਲਵਸ ਸਟੇਬਲ by maintaining their internal conditions within certain boundaries under adverse temperature, moisture level, acidity and other physiological factors in order to continue their metabolic processes। so हर living organism ਜਿਹੜਾ ਹੈ ਉਹ ਪੂਰੀ ਕੋਸ਼ਿਸ਼ ਕਰਦਾ ਹੈ, ਠੀਕ ਹੈ, ਆਪਣੀਆਂ ਅੰਦਰ ਵਾਲੀਆਂ ਕੰਡੀਸ਼ਨਸ ਨੂੰ ਸਟੇਬਲ ਰੱਖਣ ਦੇ ਲਈ। ਅੰਦਰ ਵਾਲੀਆਂ ਕੰਡੀਸ਼ਨਸ ਮਤਲਬ ਕਿ ਬੋਡੀ ਦੀਆਂ ਕੰਡੀਸ਼ਨਸ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਜਿਹੜਾ ਹੈਗਾ ਇੱਕ ਵਾਰਮ ਕੰਟਰੀ ਹੈਗੀ ਆ, ਨਹੀਂ ਠੀਕ। ਸੋ ਇੱਥੇ ਜ਼ਿਆਦਾ ਕਰਕੇ ਗਰਮੀ ਪੈਂਦੀ ਹੈ, ਪਰ ਇਹ ਤਾਂ ਨਹੀਂ, ਚਲੋ ਠੀਕ ਹੈ, ਕੁਛ ਲੋਕ ਮਰ ਵੀ ਜਾਂਦੇ ਆ, ਕਹਿੰਦੇ ਕਿ ਲੂ ਲੱਗ ਗਈ ਹੈ ਨਾ। ਪੰਜਾਬੀ ਦੇ ਵਿੱਚ ਤੁਸੀਂ ਸੁਣਿਆ ਹੋਣਾ, ਨਿਊਜ਼ਪੇਪਰ ਦੇ ਵਿੱਚ ਆਉਂਦਾ ਹੀ ਰਹਿੰਦਾ, ਠੀਕ ਹੈ, ਵੀ ਲੂ ਲੱਗਣ ਦੇ ਕਰਕੇ ਕੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਮਰ ਗਏ ਆ, ਹੈ ਨਾ। ਪਰ ਫਿਰ ਵੀ ਹੈ ਨਾ, ਸੋ ਸਾਡਾ ਜਿਹੜਾ ਨੋਰਮਲ ਬੋਡੀ ਟੈਂਪਰੇਚਰ ਹੈਗਾ 37 ਡਿਗਰੀ ਸੈਲਸੀਅਸ ਤਾਂ ਰਹਿੰਦਾ ਹੀ ਹੈ ਨਾ। ਉਹ ਟੈਂਪਰੇਚਰ ਥੋੜ੍ਹੀ ਸਾਡਾ ਚੇਂਜ ਹੁੰਦਾ ਰਹਿੰਦਾ ਕਿ ਅੱਜ ਗਰਮੀ ਜ਼ਿਆਦਾ ਹੈ ਅਤੇ ਅੱਜ ਟੈਂਪਰੇਚਰ ਵੱਧ ਗਿਆ, ਸਰਦੀ ਜ਼ਿਆਦਾ ਹੈ ਅਤੇ ਟੈਂਪਰੇਚਰ ਘੱਟ ਗਿਆ। ਫਿਰ ਵੀ ਸਟੇਬਲ ਰਹਿੰਦਾ। ਬਾਹਰ ਚਾਹੇ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ, ਮਾਇਸਚਰ ਲੈਵਲ ਜਿੱਦਾਂ ਦਾ ਮਰਜ਼ੀ ਹੋਵੇ, ਐਸੀਡਿਟੀ ਜਾਂ ਹੋਰ ਬਹੁਤ ਸਾਰੇ ਫੈਕਟਰਸ ਜਿਹੜੇ ਆ ਜਿੱਦਾਂ ਦੇ ਮਰਜ਼ੀ ਹੋਣ, ਫਿਰ ਵੀ ਸਾਡਾ ਇੰਟਰਨਲ ਜਿਹੜਾ ਕੰਡੀਸ਼ਨਸ ਹੈਗੀਆਂ ਨੇ ਉਹ ਸਟੇਬਲ ਰਹਿੰਦੀਆਂ। ਦਿਸ ਇਜ਼ ਨੋਨ ਐਜ਼, ਇਹ ਵੀ ਲਿਵਿੰਗ ਆਰਗੇਨਿਜ਼ਮ ਦਾ ਕਰੈਕਟਰਿਸਟਿਕ ਹੈ ਹੋਮਿਓਸਟਾਸਿਸ। ਓਕੇ। ਸੋ ਇਸੇ ਤਰੀਕੇ ਦੇ ਨਾਲ ਫਿਰ ਮੈਂ ਇੱਥੇ ਹੀ ਕਰਵਾ ਦੇਣਾ ਚਾਹੁੰਦੀ, ਤੁਹਾਨੂੰ ਮੈਂ ਇੱਕ ਵਾਰੀ ਕਰਵਾ ਦਿੰਦੀ ਹਾਂ ਕੈਟਾਬੋਲਿਜ਼ਮ ਅਤੇ ਐਨਾਬੋਲਿਜ਼ਮ ਦੇ ਵਿੱਚ ਡਿਫਰੈਂਸ। ਓਕੇ। ਸੋ ਕੈਟਾਬੋਲਿਜ਼ਮ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ। ਇਹਨੂੰ ਯਾਦ ਰੱਖਣ ਦਾ ਤਰੀਕਾ ਕਿ ਵੀ ਇਹ ਬ੍ਰੇਕਡਾਊਨ ਰਿਐਕਸ਼ਨ ਹੈ, ਇਹਦੇ 'ਚ ਨਿਊਟਰੀਐਂਟਸ ਦੀ ਬ੍ਰੇਕਡਾਊਨ ਹੁੰਦੀ ਹੈ। ਇਹਨੂੰ ਇੱਥੋਂ ਯਾਦ ਰੱਖਣਾ, ਕੈਟਾ ਮੀਨਸ ਕੱਟ ਮੈਨੇ ਕੱਟਣਾ, ਤੋੜਨਾ। ਇਹਨਾਂ ਦੇ ਵਿੱਚ ਕੀ ਹੋ ਰਹੀ ਹੈ, ਸਿੰਥਸਿਸ ਹੋ ਰਹੀ ਹੈ। ਸੋ ਕੋਈ ਔਖੀ ਗੱਲ ਨਹੀਂ ਹੈਗੀ। ਸੋ ਪੁਆਇੰਟਸ ਜਿਹੜੇ ਹੈਗੇ ਆ, ਠੀਕ ਹੈ, ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਅਦਲਾ ਬਦਲੀ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ। ਸੋ ਕੈਟਾਬੋਲਿਜ਼ਮ ਡਿਸਟਰਕਟਿਵ ਮੈਟਾਬੋਲਿਜ਼ਮ ਹੈਗਾ। ਇਹਨਾਂ ਵਿੱਚ ਨਿਊਟਰੀਐਂਟਸ ਐਕਟਿੰਗ ਐਜ਼ ਏ ਸੋਰਸ ਆਫ ਐਨਰਜੀ ਐਂਡ ਆਰ ਬ੍ਰੋਕਨ ਡਾਊਨ ਟੂ ਰਿਲੀਜ਼ ਐਨਰਜੀ। ਜਦ ਕਿ ਐਨਾਬੋਲਿਜ਼ਮ ਕੀ ਹੈਗਾ, ਇੱਕ ਕੰਸਟਰਕਟਿਵ ਮੈਟਾਬੋਲਿਜ਼ਮ ਹੈਗਾ। ਇਨ ਵਿੱਚ ਐਨਰਜੀ ਇਜ਼ ਰਿਲੀਜ਼ਡ ਬਾਏ ਦਾ ਡੀਗ੍ਰੇਡੇਟਿਵ ਰਿਐਕਸ਼ਨਸ ਐਂਡ ਇਜ਼ ਯੂਜ਼ਡ ਫॉर ਦਾ ਸਿੰਥੈਟਿਕ ਰਿਐਕਸ਼ਨਸ। ਐਨਾਬੋਲਿਜ਼ਮ ਦੇ ਵਿੱਚ ਕੀ ਹੋ ਰਿਹਾ, ਕੰਸਟਰਕਸ਼ਨ ਹੋ ਰਹੀ ਹੈ। ਸੋ ਥੋੜ੍ਹੀ ਬਹੁਤੀ ਐਨਰਜੀ ਤਾਂ ਰਿਲੀਜ਼ ਹੋਣੀ ਹੈ। ਜਦੋਂ ਕੰਪਲੈਕਸ ਮੋਲੀਕਿਊਲਸ ਬਣਨੇ ਆ ਉਦੋਂ ਵੀ ਥੋੜ੍ਹੀ ਬਹੁਤੀ ਐਨਰਜੀ ਰਿਲੀਜ਼ ਹੁੰਦੀ ਹੈ, ਕਿਉਂਕਿ ਕੋਈ ਨਾ ਕੋਈ ਡੀਗ੍ਰੇਡੇਟਿਵ ਰਿਐਕਸ਼ਨ ਜਿਹੜਾ ਹੈਗਾ ਉਹ ਹੋ ਰਿਹਾ ਹੈ ਨਾ। ਅਤੇ ਉਸ ਐਨਰਜੀ ਨੂੰ ਅਸੀਂ ਫਰਦਰ ਹੋਰ ਰਿਐਕਸ਼ਨਸ ਕਰਨ ਦੇ ਲਈ ਯੂਜ਼ ਕਰ ਲੈਂਦੇ ਹਾਂ। ਕੈਟਾਬੋਲਿਜ਼ਮ ਦੇ ਦੌਰਾਨ ਪੋਟੈਂਸ਼ੀਅਲ ਐਨਰਜੀ ਕਨਵਰਟ ਹੋ ਜਾਂਦੀ ਹੈ ਕੈਨੇਟਿਕ ਐਨਰਜੀ ਦੇ ਵਿੱਚ। ਐਨਾਬੋਲਿਜ਼ਮ ਦੇ ਦੌਰਾਨ ਕਿਨੈਟਿਕ ਐਨਰਜੀ ਜਿਹੜੀ ਹੈਗੀ ਉਹ ਚੇਂਜ ਹੋ ਜਾਂਦੀ ਹੈ ਪੋਟੈਂਸ਼ੀਅਲ ਐਨਰਜੀ ਦੇ ਵਿੱਚ। ਕੈਟਾਬੋਲਿਜ਼ਮ ਇਜ਼ ਕੰਸਰਨਡ ਵਿਦ ਦਾ ਰਿਲੀਜ਼ ਆਫ ਐਨਰਜੀ ਫॉर ਦਾ ਵਾਈਟਲ ਐਕਟੀਵਿਟੀਜ਼। ਇਹਦੇ ਦੌਰਾਨ ਜਿਹੜੀ ਐਨਰਜੀ ਰਿਲੀਜ਼ ਹੁੰਦੀ ਹੈ ਉਹ ਯੂਜ਼ ਕੀਤੀ ਜਾਂਦੀ ਹੈ ਬਹੁਤ ਸਾਰੀਆਂ ਵਾਈਟਲ ਐਕਟੀਵਿਟੀਜ਼ ਦੇ ਲਈ। ਜਦ ਕਿ ਐਨਾਬੋਲਿਜ਼ਮ ਜਿਹੜਾ ਹੈਗਾ ਇਹ ਕਿਹਦੇ ਨਾਲ ਕੰਸਰਨਡ ਹੈਗਾ, ਸਿੰਥਸਿਸ, ਐਸੀਮੀਲੇਸ਼ਨ, ਸਟੋਰੇਜ, ਗਰੋਥ। ਇਹ ਪੜ੍ਹਿਆ ਹੋਇਆ ਅਸੀਮੀਲੇਸ਼ਨ, ਬਾਇਓਸਿੰਥਸਿਸ, ਲਿਵਿੰਗ ਸਬਸਟੈਂਸਿਸ ਦੀ ਸਿੰਥਸਿਸ ਹੈ ਨਾ। ਅਸੀਮੀਲੇਸ਼ਨ ਦੇ ਵਿੱਚ ਪਤਾ ਨਾ ਇਹ ਵੇਸਟ ਬੋਡੀ ਦੇ ਵਿੱਚੋਂ ਦੀ ਬਾਹਰ ਕੱਢਣ ਤੋਂ ਪਹਿਲਾਂ ਵੀ, ਠੀਕ ਹੈ, ਸੋ ਜੋ ਵੀ ਵੇਸਟ ਬਾਹਰ ਜਾ ਰਹੀ ਹੈ ਉਹਨੂੰ ਫਿਰ ਤੋਂ ਦੁਬਾਰਾ ਯੂਜ਼ਫੁਲ ਪ੍ਰੋਡਕਟਸ ਦੇ ਵਿੱਚ ਕਨਵਰਟ ਕਰ ਲੈਣਾ। ਦਿਸ ਪ੍ਰੋਸੈਸ ਇਜ਼ ਨੋਨ ਐਜ਼ ਅਸੀਮੀਲੇਸ਼ਨ। ਦੈਨ ਸਟੋਰੇਜ, ਹੈ ਨਾ। ਸੋ ਜਿੱਦਾਂ ਫੂਡ ਜਿਹੜਾ ਹੈਗਾ, ਸੋ ਸਾਰੇ ਦਾ ਸਾਰਾ ਫੂਡ ਨਹੀਂ ਨਾ ਯੂਜ਼ ਹੋ ਜਾਂਦਾ। ਸੋ ਪਲਾਂਟਸ ਦੇ ਵਿੱਚ ਸਟਾਰਚ ਦੀ ਫੋਰਮ ਦੇ ਅੰਦਰ, ਹਿਊਮਨ ਬੀਇੰਗਸ ਦੇ ਵਿੱਚ ਗਲਾਈਕੋਜਨ ਦੀ ਫੋਰਮ ਦੇ ਅੰਦਰ ਫੂਡ ਜਿਹੜਾ ਹੈਗਾ ਬੋਡੀ ਦੇ ਅੰਦਰ ਸਟੋਰ ਰਹਿੰਦਾ। ਸੋ ਗਰੋਥ ਦੇ ਲਈ, ਹੈ ਨਾ। ਸੋ ਉਹਦੇ ਨਾਲ ਕੰਸਰਨਡ ਹੈ ਐਨਾਬੋਲਿਜ਼ਮ। ਓਕੇ। ਸੋ ਨਾਓ अगर ਤੁਹਾਡੇ ਕੋਲ 7th ਕਰੈਕਟਰਿਸਟਿਕ ਜੋ ਲਿਵਿੰਗ ਆਰਗੇਨਿਜ਼ਮ ਦਾ ਹੈ ਦੈਟ ਇਜ਼ ਕੌਨਸ਼ੀਅਸਨੈਸ। ਓਕੇ। ਜਿਹਨੂੰ ਮੈਂ ਬ੍ਰੈਕਟ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਹੋਇਆ, ਰਿਸਪੌਂਸ ਐਂਡ ਇਰੈਟੇਬਿਲਿਟੀ। ਸੋ ਸਾਰੇ ਦੇ ਸਾਰੇ ਲਿਵਿੰਗ ਆਰਗੇਨਿਜ਼ਮ ਜੋ ਹੈ ਉਹਨਾਂ ਦੇ ਅੰਦਰ ਇੱਕ ਇੱਦਾਂ ਦੀ ਐਬਿਲਿਟੀ ਹੈ ਕਿ ਉਹ ਆਪਣੀ ਇਨਵਾਇਰਮੈਂਟ ਨੂੰ, ਆਪਣੇ ਸਰਾਊਂਡਿੰਗ ਨੂੰ ਕੀ ਕਰ ਸਕਦੇ ਆ, ਸੈਂਸ ਕਰ ਸਕਦੇ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਆਲੇ ਦੁਆਲੇ ਦੇ ਵਿੱਚ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ, ਹੈ ਨਾ। ਸੋ ਇਹਨੂੰ ਅਸੀਂ ਸਟੀਮੂਲਾਈ ਵੀ ਕਹਿ ਸਕਦੇ ਹਾਂ, ਇਨਵਾਇਰਮੈਂਟਲ ਸਟੀਮੂਲਾਈ। ਜਿੱਦਾਂ ਕਿ ਮੈਂ ਤੁਹਾਨੂੰ ਇੱਕ ਪਹਿਲਾਂ ਸਿੰਪਲ ਜੀ ਐਗਜ਼ਾਮਪਲ ਦਿੰਦੀ ਹਾਂ ਸਟੀਮੂਲਾਈ ਦੀ, ਠੀਕ, ਵੀ ਜਿਸ ਤਰੀਕੇ ਦੇ ਨਾਲ ਕੋਈ ਵੀ ਪਰਸਨ ਜੇਕਰ ਤੁਹਾਡੀ ਫਿੰਗਰ ਦੇ ਉੱਪਰ ਨੀਡਲ ਦੇ ਨਾਲ ਪ੍ਰਿਕ ਕਰਦਾ ਹੈ ਨਾ, ਤੁਹਾਡੇ ਨੀਡਲ ਨੂੰ ਖੁਭਾਉਂਦਾ ਅਤੇ ਕੀ ਤੁਸੀਂ ਕੀ ਉੱਥੇ ਮਤਲਬ ਆਰਾਮ ਦੇ ਨਾਲ ਖੜੇ ਰਹਿੰਦੇ ਹੋ, ਨਹੀਂ ਨਾ। ਤੁਸੀਂ ਆਪਣਾ ਹੱਥ ਜਿਹੜਾ ਹੈਗਾ ਉਹ ਪਿੱਛੇ ਖਿੱਚ ਲੈਂਦੇ ਹੋ, ਹੈ ਨਾ। ਇਸੇ ਤਰੀਕੇ ਦੇ ਨਾਲ ਕਿਸੇ ਵੀ ਗਰਮ ਪ੍ਰੈਸ ਨੂੰ ਜਾਂ ਗਰਮ ਫਰਾਈ ਪੈਨ ਨੂੰ ਸਾਡਾ ਹੱਥ ਲੱਗ ਜਾਂਦਾ ਤਾਂ ਅਸੀਂ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਹਾਂ। ਇਸ ਤਰੀਕੇ ਦੇ ਨਾਲ ਅਸੀਂ ਕੀ ਦੇ ਰਹੇ ਹਾਂ,
ਰਿਸਪੌਂਸ ਦੇ ਰਹੇ ਹਾਂ, ਹੈ ਨਾ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਦ ਵਿਜ਼ੀਬਲ ਚੇਂਜਿਸ ਔਰ ਦ ਰਿਐਕਸ਼ਨਸ ਵਿਚ ਐਨ ਆਰਗੈਨਿਜ਼ਮ ਪ੍ਰੋਡਿਊਸਿਸ ਐਜ਼ ਏ ਰਿਜ਼ਲਟ ਆਫ ਅਪਲਾਈਡ ਸਟਿਮੂਲਾਈ ਇਜ਼ ਕਾਲਡ ਰਿਸਪੌਂਸ, ਹੈ ਨਾ। ਅਸੀਂ ਕੋਈ ਸਟਿਮੂਲਾਈ ਦਿੱਤੀ ਤਾਂ ਆਰਗੈਨਿਜ਼ਮ ਨੇ ਉਹਨੂੰ, ਠੀਕ ਹੈ, ਰਿਸਪੌਂਸ ਦਿੱਤਾ, ਉਹਦੇ ਅੰਦਰ ਕੋਈ ਚੇਂਜ ਆਈ ਆਰਗੈਨਿਜ਼ਮ ਦੇ ਅੰਦਰ, ਉਹ ਚੇਂਜ ਕੀ ਹੈ, ਰਿਸਪੌਂਸ ਹੈ। ਅੱਛਾ, ਪਰ ਇਰੈਟੇਬਿਲਿਟੀ ਕੀ ਹੈ? ਇਰੈਟੇਬਿਲਿਟੀ ਔਨ ਦਾ ਅਦਰ ਹੈਂਡ ਕੀ ਹੈ? ਅਬਿਲਿਟੀ ਔਰ ਪਾਵਰ ਆਫ ਐਨ ਆਰਗੈਨਿਜ਼ਮ ਹੈ ਟੂ ਪ੍ਰੋਡਿਊਸ ਦਾ ਰਿਸਪੌਂਸ ਅਗੇਂਸਟ ਦਾ ਅਪਲਾਈਡ ਸਟਿਮੂਲਾਈ, ਨਹੀਂ, ਹੈ ਨਾ। ਉਹਨੂੰ ਅਸੀਂ ਇਰੈਟੇਬਿਲਿਟੀ ਕਹਿ ਦਿੰਦੇ ਹਾਂ। ਦੇਖੋ ਨਾ, ਮਤਲਬ ਮੈਂ ਜਿੱਦਾਂ ਵੈਸੇ ਜਿਹੜੀ ਐਗਜ਼ਾਮਪਲ ਮੈਂ ਦਿੱਤੀ ਹੈ ਨਾ, ਉਹ ਇੱਕ ਤਰ੍ਹਾਂ ਦੀ ਇਰੈਟੇਬਿਲਿਟੀ ਹੋ ਗਈ ਨਾ, ਸੈਂਸਿਟਿਵਿਟੀ ਹੋ ਗਈ ਕਿ ਤੁਹਾਨੂੰ ਨੀਡਲ ਚੁੱਭ ਗਈ ਹੈ, ਤੁਹਾਨੂੰ ਪੇਨ ਹੋਈ ਹੈ, ਅਤੇ ਤੁਸੀਂ ਆਪਣਾ ਹੱਥ ਪਿੱਛੇ ਖਿੱਚ ਲਿਆ, ਉਹ ਇਰੈਟੇਬਿਲਿਟੀ ਹੋ ਗਈ। ਠੀਕ ਹੈ, ਪਰ ਜੇਕਰ ਕੋਈ ਸਟਿਮੂਲਾਈ ਸਾਡੇ ਲਈ ਕੋਈ ਫੇਵਰੇਬਲ ਵੀ ਤਾਂ ਹੋ ਸਕਦੀ ਹੈ, ਜਿਸ ਤਰ੍ਹਾਂ ਐਕਸਪੈਰੀਮੈਂਟ ਕੀਤੇ ਹੋਏ ਹੈ, ਸਾਈਕੋਲੋਜੀ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟ ਕੀਤੇ ਹੋਏ ਹੈ ਸਾਇੰਟਿਸਟ ਨੇ, ਵੀ ਇੱਕ ਡੌਗ ਹੈ, ਉਹਨੂੰ ਖਾਣਾ ਦੇਣ ਤੋਂ ਪਹਿਲਾਂ ਕੀ ਕੀਤਾ ਜਾਂਦਾ, ਬੈਲ ਮਾਰੀ ਜਾਂਦੀ ਹੈ। ਠੀਕ ਹੈ, ਸੋ ਜਦੋਂ ਬੈਲ ਮਾਰੀ ਜਾਂਦੀ ਹੈ ਨਾ, ਸੋ ਡੌਗ ਜਿਹੜਾ ਹੈਗਾ ਉਹਦੇ ਲਈ ਇਹ ਪੋਜ਼ੀਟਿਵ ਸਟਿਮੂਲਾਈ ਹੈ, ਉਹਦੇ ਮੂੰਹ ਦੇ ਵਿੱਚ ਸਲਾਈਵਾ ਆਉਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹਨੂੰ ਪਤਾ ਹੈ ਕਿ ਬੈਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਹਨੂੰ ਕੀ ਮਿਲਣਾ ਸ਼ੁਰੂ ਹੋ ਜਾਣਾ, ਭੋਜਨ ਉਹਨੂੰ ਮਿਲ ਜਾਣਾ ਹੈ। ਠੀਕ ਹੈ ਜੀ, ਸੋ ਇਹ ਉਹਦਾ ਰਿਸਪੌਂਸ ਹੈ, ਇਰੈਟੇਬਿਲਿਟੀ। ਠੀਕ ਹੈ, ਜੇਕਰ ਅਸੀਂ ਰਿਸਪੌਂਸ ਦਿੰਦੇ ਹਾਂ ਬਟ ਅਗੇਂਸਟ ਦਾ ਸਟਿਮੂਲਾਈ ਦਿੰਦੇ ਹਾਂ। ਓਕੇ, ਸੋ ਸਾਡੇ ਅੰਦਰ ਸੈਂਸ ਔਰਗਨ ਹੈ। ਹੁਣ ਜੇਕਰ ਮੈਂ ਪੁੱਛਾਂ ਤਾਂ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਕਿ ਸਾਡੇ ਅੰਦਰ ਕਿਹੜੇ ਕਿਹੜੇ ਸੈਂਸ ਔਰਗਨਸ ਹੈਗੇ ਨੇ, ਤਾਂ ਉਹਦੇ ਥਰੂ ਅਸੀਂ ਰਿਸਪੌਂਸ ਦਿੰਦੇ ਹਾਂ। ਸਾਨੂੰ ਸਾਡੇ ਟੰਗ ਦੇ ਉੱਤੇ ਟੇਸਟ ਬਡਸ ਪ੍ਰੈਜ਼ੈਂਟ ਹੈ। ਟੰਗ ਇੱਕ ਸੈਂਸ ਔਰਗਨ ਹੈਗਾ ਕਿ ਨਹੀਂ? ਸਾਨੂੰ ਖੱਟੀਆਂ ਚੀਜ਼ਾਂ, ਨਮਕ, ਮਿੱਠਾ, ਕੋੜੇ ਟੇਸਟ ਦਾ ਪਤਾ ਲੱਗਦਾ ਸਾਨੂੰ। ਇਸੇ ਤਰੀਕੇ ਦੇ ਨਾਲ, ਹੈ ਨਾ, ਪਲਾਂਟਸ ਵੀ ਜਿਹੜੇ ਹੈਗੇ ਆ, ਸੋ ਉਹ ਤਾਂ ਸਭ ਤੋਂ ਜ਼ਿਆਦਾ ਵਾਤਾਵਰਨ ਦੇ ਵਿੱਚ ਰਹਿੰਦੇ ਆ। ਉਹ ਲਾਈਟ, ਵਾਟਰ, ਟੈਂਪਰੇਚਰ, ਹੈ ਨਾ, ਇਹਨਾਂ ਸਾਰੇ ਐਕਸਟਰਨਲ ਫੈਕਟਰਸ ਨੂੰ ਰਿਸਪੌਂਸ ਦਿੰਦੇ ਹੈ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਜਿਹੜੇ ਪ੍ਰੋਕੈਰੀਓਟਸ ਹੈ, ਕੰਪਲੈਕਸ ਯੂਕੈਰੀਓਟਸ ਹੈਗੇ ਆ, ਉਹ ਵੀ ਇਨਵਾਇਰਮੈਂਟਲ ਸਟਿਮੂਲਾਈ ਨੂੰ ਰਿਸਪੌਂਸ ਦਿੰਦੇ ਆ। ਪਲਾਂਟਸ ਜਿਹੜੇ ਹੈਗੇ ਦੇ ਬੈਂਡ ਟੂਵਾਰਡਸ ਦਾ ਲਾਈਟ, ਹੈ ਨਾ, ਫੋਰ ਐਗਜ਼ਾਮਪਲ ਸਨਫਲਾਵਰ, ਲਾਜਵੰਤੀ ਪਲਾਂਟ ਜਿਹੜਾ ਹੈਗਾ, ਜਿਹਦਾ ਕਿ ਸਾਇੰਟਿਫਿਕ ਨੇਮ ਕੀ ਹੈ, ਮਾਈਮੋਸਾ ਪਿਊਟਿਕਾ। ਓਕੇ, ਸੋ ਇਹਨੂੰ ਟੱਚ ਮੀ ਨੋਟ ਪਲਾਂਟ ਕਹਿੰਦੇ ਆ, ਸੈਂਸਿਟਿਵ ਪਲਾਂਟ ਕਹਿੰਦੇ ਆ। ਕਿਉਂ? ਕਿਉਂਕਿ ਜੇਕਰ ਤੁਸੀਂ ਇਹਦੇ ਲੀਵਸ ਨੂੰ ਟੱਚ ਕਰਦੇ ਹੋ ਤਾਂ ਦੇਅਰ ਇਜ਼ ਫੋਲਡਿੰਗ ਆਫ ਲੀਵਸ, ਹੈ ਨਾ। ਸੋ ਸੈਂਸੇਸ਼ਨ, ਦਿਸ ਇਜ਼ ਆਲਸੋ ਸੈਂਸੇਸ਼ਨ। ਸ਼ੂਈ ਮੂਈ, ਦੇਖੋ ਕਿੰਨੇ ਸਾਰੇ ਨੇਮ ਹੈ ਇਹਦੇ, ਟੱਚ ਮੀ ਨੋਟ, ਸ਼ੂਈ ਮੂਈ, ਲਾਜਵੰਤੀ, ਐਂਡ ਦਾ ਸਾਇੰਟਿਫਿਕ ਨੇਮ ਇਜ਼ ਮਾਈਮੋਸਾ ਪਿਊਟਿਕਾ। ਓਕੇ, ਸੋ ਹੀਲਿੰਗ ਐਂਡ ਰਿਪੇਅਰ, all the living things heal their wounds and repair the broken parts, है ना। फॉर एग्जाम्पल इन द ह्यूमन बींग्स जेकर बोन फ्रैक्चर हो जाती है, ठीक है, तो ਉਹਦੀ ਲੋਕਲ ਗਰੋਥ ਹੋ ਜਾਂਦੀ ਹੈ। ਨਹੀਂ, ਸਕਿਨ ਜਿਹੜੀ ਹੈਗੀ ਹੈ, ਠੀਕ ਹੈ, ਜੇਕਰ ਕੋਈ ਵਾਊਂਡ ਹੋ ਗਿਆ, ਜੇਕਰ ਕੋਈ ਜ਼ਖਮ ਹੋ ਗਿਆ, ਉੱਥੇ ਆਲੇ ਦੁਆਲੇ ਦੇ ਵਿੱਚ ਸਕਿਨ ਜਿਹੜੀ ਹੈਗੀ ਆ ਫਿਰ ਤੋਂ ਦੁਬਾਰਾ ਆ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਪਲਾਂਟਸ ਜਿਹੜੇ ਹੁੰਦੇ ਆ ਨਾ, ਉਹਨਾਂ ਦੇ ਵਿੱਚ ਵੀ ਦੇਖੋ, ਉਹਨਾਂ ਦੇ ਵਿੱਚ ਬੱਚੇ ਵਾਊਂਡ ਕੀ ਹੋ ਜਾਣੇ ਆ, ਉਹਨਾਂ ਦੇ ਵਿੱਚ ਵੀ ਤਾਂ ਜਿਹੜੀ ਬਾਰਕ ਹੈਗੀ ਉੱਪਰੋਂ ਦੀ ਛਿਲੋ ਸਕਦੀ ਹੈ। ਨਹੀਂ, ਅਚਾਨਕ ਕੋਈ ਸ਼ਾਰਪ ਚੀਜ਼ ਜਿਹੜੀ ਹੈਗੀ ਲੱਗ ਜਾਏ ਤਾਂ ਪਲਾਂਟਸ ਜਿਹੜੇ ਹੈਗੇ ਆ, ਠੀਕ, ਉਹਨਾਂ ਨੂੰ ਵੀ ਇੰਜਰੀ ਹੋ ਸਕਦੀ ਹੈ। ਤਾਂ ਉਹਨਾਂ ਦੇ ਅੰਦਰ ਕੈਂਬੀਅਮ ਪ੍ਰੈਜ਼ੈਂਟ ਹੁੰਦਾ ਇੱਕ, ਠੀਕ ਹੈ, ਇੱਕ ਟਿਸ਼ੂ ਪ੍ਰੈਜ਼ੈਂਟ ਹੁੰਦਾ ਕੈਂਬੀਅਮ, ਉਹਦੀ ਐਕਟੀਵਿਟੀ ਦੇ ਨਾਲ ਫਿਰ ਤੋਂ ਦੁਬਾਰਾ ਪਲਾਂਟ ਦੀ ਸਕਿਨ ਵੀ ਬਣ ਜਾਂਦੀ ਹੈ। ਐਕਸਕ੍ਰੀਸ਼ਨ, ਹੈ ਨਾ। ਸੋ ਯੂਜ਼ਲੈਸ ਹਾਰਮਫੁਲ ਵੇਸਟ ਪ੍ਰੋਡਕਟਸ ਜਿਹੜੇ ਹੈਗੇ ਆ, ਸੋ ਵਿਚ ਆਰ ਪ੍ਰੋਡਿਊਸਡ ਐਜ਼ ਅ ਰਿਜ਼ਲਟ ਆਫ ਮੈਟਾਬੋਲਿਜ਼ਮ ਆਰ ਥਰੋਨ ਆਊਟ ਆਫ ਦਾ ਬੋਡੀ ਆਫ ਦਾ ਲਿਵਿੰਗ ਆਰਗੈਨਿਜ਼ਮ, ਉਹਨੂੰ ਅਸੀਂ ਐਕਸਕ੍ਰੀਸ਼ਨ ਕਹਿ ਦਿੰਦੇ ਆ। ਮੋਸਟਲੀ ਐਨੀਮਲਸ ਜਿਹੜੇ ਹੈਗੇ ਆ, ਦੇ ਪ੍ਰੋਡਿਊਸ ਨਾਈਟ੍ਰੋਜੀਨਸ ਵੇਸਟ ਪ੍ਰੋਡਕਟਸ, ਓਕੇ, ਇਨ ਦਾ ਫੋਰਮ ਆਫ ਯੂਰਿਨ, ਹੈ ਨਾ। ਸੋ ਸਾਡੇ ਵਿੱਚ ਵੀ ਤਾਂ ਯੂਰਿਨ ਪਾਸ ਆਊਟ ਹੁੰਦਾ ਹੈ। ਈਵਨ ਦਾ ਪਲਾਂਟਸ, ਠੀਕ ਹੈ, ਦੇ ਐਕਸਕ੍ਰੀਟ ਵੇਸਟ। ਫੋਰ ਐਗਜ਼ਾਮਪਲ ਤੁਸੀਂ ਦੇਖਿਆ ਹੋਣਾ ਗਮਸ ਐਂਡ ਰੇਜ਼ਿਨ, ਜਦੋਂ ਕੋਈ ਵੀ ਪਲਾਂਟ ਬਹੁਤ ਪੁਰਾਣਾ ਹੋ ਜਾਂਦਾ, ਕਦੀ ਦੇਖਿਓ ਉਹਨਾਂ ਦੇ ਟਰੰਕ ਦੇ ਉੱਤੇ ਨਾ ਬਾਰ ਨੂੰ ਗੂੰਦ ਵਰਗਾ ਬਰਾਊਨ ਕਲਰ ਦੇ ਕੋਈ ਸਬਸਟੈਂਸ ਚਿਪਕਿਆ ਹੁੰਦਾ। ਐਕਚੁਅਲੀ ਇਹਦੇ ਵਿੱਚ ਉਹ ਕੀ ਹੈ, ਦਿਸ ਵੇਸਟ ਹੀ ਹੈ, ਪਲਾਂਟਸ ਦੇ ਵਿੱਚੋਂ ਦੀ ਵੇਸਟ ਨਿਕਲੀ ਹੈ। 10th ਕਰੈਕਟਰਿਸਟਿਕ ਤੁਹਾਡੇ ਕੋਲ ਬਹੁਤ ਇੰਪੋਰਟੈਂਟ ਕਰੈਕਟਰਿਸਟਿਕ ਆ ਗਿਆ। ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਕੁਐਸਚਨ ਫੋਰ 3 ਮਾਰਕਸ। ਅਡੈਪਟੇਸ਼ਨਸ, ਓਕੇ, ਇਹ ਵੀ ਤੁਹਾਨੂੰ ਰਿਟਨ 'ਚ ਮਿਲੇਗਾ। ਠੀਕ ਹੈ, ਸੋ ਵਾਟ ਡੂ ਯੂ ਮੀਨ ਬਾਈ ਅਡੈਪਟੇਸ਼ਨ, ਔਰ ਐਕਸਪਲੇਨ 2 ਟਾਈਪਸ ਆਫ ਅਡੈਪਟੇਸ਼ਨਸ ਔਰ ਗਿਵ ਡਿਫਰੈਂਸਿਸ ਬਿਟਵੀਨ ਦ 2 ਟਾਈਪਸ ਆਫ ਦ ਅਡੈਪਟੇਸ਼ਨਸ। ਓਕੇ, ਸੋ ਅਡੈਪਟੇਸ਼ਨਸ ਬੱਚੇ ਕੀ ਹੈ, ਕਿਸੇ ਵੀ ਇੰਡੀਵਿਜੂਅਲ ਨੇ ਜੇਕਰ ਇਨਵਾਇਰਮੈਂਟ ਦੇ ਵਿੱਚ ਸਰਵਾਈਵ ਕਰਨਾ ਹੈ, ਕਿਤੇ ਵੀ ਸਰਵਾਈਵ ਕਰਨਾ, ਤਾਂ ਅਡੈਪਟੇਸ਼ਨਸ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਦੀਜ਼ ਆਰ ਦ ਯੂਜ਼ਫੁਲ ਇਨਹੈਰੀਟੇਬਲ ਵੇਰੀਏਸ਼ਨਸ ਔਰ ਚੇਂਜਿਸ, ਠੀਕ ਹੈ। So, or you can also say these changes are produced by genetic recombinations, mutations, ਹੈ ਨਾ। ਸੋ ਮਿਊਟੇਸ਼ਨਸ ਬੱਚੇ ਕੀ ਹੁੰਦੀਆਂ ਨੇ, ਜੀਨਸ ਦੇ ਵਿੱਚ ਜੇਕਰ ਚੇਂਜਿਸ ਆ ਜਾਣਾ, ਜਿੱਦਾਂ ਦੇ ਅਸੀਂ ਹੈਗੇ ਹਾਂ ਉਹ ਤਾਂ ਹੈ ਹੀ ਹੈ, ਪਰ ਬਾਈ ਚਾਂਸ ਕੀ ਹੈ ਕਿ ਜੀਨਸ ਦੇ ਵਿੱਚ ਵੀ ਸਡਨ ਸਟੇਬਲ ਇਨਹੈਰੀਟੇਬਲ ਚੇਂਜਿਸ ਆ ਸਕਦੀਆਂ ਨੇ। ਓਕੇ, ਠੀਕ ਹੈ। ਸੋ
ਅਡੈਪਟੇਸ਼ਨਸ ਕੀ ਹੈ, ਯੂਸਫੁਲ ਚੇਂਜਿਸ ਹੀ ਹੈ ਦੈਟ ਮੇਕ ਐਨ ਔਰਗੈਨਿਜ਼ਮ ਟੂ ਐਡਜਸਟ ਵੈਲ ਐਂਡ ਸੂਟਡ ਟੂ ਇਟਸ ਵੇ ਆਫ ਲਾਈਫ। ਸੋ ਅਡੈਪਟੇਸ਼ਨ ਇੱਦਾਂ ਦੀ ਪ੍ਰੋਸੈਸ ਹੈ ਜਿਹੜੀ ਕਿ ਕਿਸੇ ਵੀ ਔਰਗੈਨਿਜ਼ਮ ਨੂੰ ਇਸ ਕਾਬਿਲ ਬਣਾ ਦਿੰਦੀ ਹੈ ਕਿ ਔਰਗੈਨਿਜ਼ਮ ਜਿਹੜਾ ਹੈਗਾ ਸਹੀ ਤਰੀਕੇ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰ ਸਕੇ, ਹੈ ਨਾ। ਸੋ ਲਾਈਫ ਦੇ ਵਿੱਚ ਠੀਕ ਹੈ ਜਿਸ ਤਰ੍ਹਾਂ ਦੇ ਵੀ ਹਾਲਾਤ ਚੱਲਦੇ ਪਏ ਆ ਉਹਨਾਂ ਨੂੰ ਬਰਦਾਸ਼ਤ ਕਰ ਸਕੇ ਤਾਂ ਹੀ ਇੰਡੀਵਿਜੂਅਲ ਜੇ ਸਰਵਾਈਵ ਕਰ ਸਕਦਾ। ਅਸੀਂ ਜੋ ਇਨਵਾਇਰਮੈਂਟ ਹੈ, ਜੋ ਨੇਚਰ ਹੈ, ਉਹਦੇ ਅਗੇਂਸਟ ਜਾ ਕੇ ਅਸੀਂ ਸਰਵਾਈਵ ਨਹੀਂ ਕਰ ਸਕਦੇ ਹਾਂ। ਸੋ ਹਰ ਇੱਕ ਲਿਵਿੰਗ ਔਰਗੈਨਿਜ਼ਮ ਜਿਹੜਾ ਹੈਗਾ ਉਹਦੇ ਅੰਦਰ ਇਨਹੈਰੀਐਂਟ ਕਪੈਸਿਟੀ ਹੈਗੀ ਆ, ਸਾਨੂੰ ਮਿਲੀ ਹੋਈ ਹੈ ਪਿੱਛੋਂ ਹੀ ਸਾਡੇ ਅੰਦਰ ਇਹ ਚੀਜ਼ ਹੈਗੀ ਆ ਕਿ ਚੇਂਜਿਸ ਆਉਂਦੀਆਂ ਰਹਿੰਦੀਆਂ, ਵੇਰੀਏਸ਼ਨਸ ਆਉਂਦੀਆਂ ਰਹਿੰਦੀਆਂ ਔਰ ਕਿਸਮ ਸਰਵਾਈਵ ਕਰਨਗੇ, ਮਰ ਨਹੀਂ ਜਾਣਗੇ ਇਹ ਚੇਂਜਿਸ ਦੇ ਨਾਲ ਹੀ, ਹੈ ਨਾ। ਠੀਕ ਹੈ। ਸੋ ਜਿਹੜੀਆਂ ਇੰਡੀਵਿਜੂਅਲ ਦੀਆਂ ਸਪੀਸੀਜ਼ ਜੇਕਰ ਇਨਵਾਇਰਮੈਂਟ ਦੇ ਚੇਂਜਿਸ ਦੇ ਨਾਲ ਕੋਪ ਅਪ ਨਹੀਂ ਕਰ ਪਾਉਣਗੀਆਂ ਉਹ ਫਿਰ ਸਪੀਸੀਜ਼ ਨਹੀਂ ਸਰਵਾਈਵ ਕਰ ਪਾਉਣਗੀਆਂ। ਜਿਸ ਤਰ੍ਹਾਂ ਕਿ ਦੇਖੋ ਇੰਨਾ ਜ਼ਿਆਦਾ ਐਪੀਡੈਮਿਕ ਚੱਲਿਆ ਹੋਇਆ ਨਾ, ਸੋ ਕਰੋਨਾ ਵਾਇਰਸ ਬਹੁਤ ਜ਼ਿਆਦਾ ਫੈਲਿਆ ਹੋਇਆ, ਪਰ ਠੀਕ ਹੈ ਮੈਂ ਮੰਨ ਰਹੀ ਹਾਂ ਕਿ ਦੇਰ ਇਜ਼ ਹਾਈ ਰੇਟ ਆਫ ਡੈਥ ਰੇਟ ਹੈ, ਪਰ ਸਾਰੇ ਇੰਡੀਵਿਜੂਅਲਸ ਤਾਂ ਨਹੀਂ ਨਾ ਮਰ ਰਹੇ। ਬੜੇ ਸਾਰੇ ਇੰਡੀਵਿਜੂਅਲ ਜਿਹੜੇ ਹੈਗੇ ਆ ਉਹ ਪੋਜ਼ੀਟਿਵ ਆਉਣ ਤੋਂ ਬਾਅਦ ਦੇ ਰਿਕਵਰਡ, ਦੇ ਰਿਮੇਨ ਨੈਗੇਟਿਵ, ਹੈ ਨਾ। ਸੋ ਇਹਦਾ ਮਤਲਬ ਕਿ ਹਰ ਇੱਕ ਇੰਡੀਵਿਜੂਅਲ ਦੀ ਆਪਣੀ ਆਪਣੀ ਇਮਿਊਨਿਟੀ ਹੈ, ਉਹਨਾਂ ਨੇ ਲੜ ਲਿਆ ਹੈ ਕਰੋਨਾ ਵਾਇਰਸ ਦੇ ਨਾਲ, ਉਹ ਸਰਵਾਈਵ ਕਰ ਗਏ ਆ। ਜਿਹੜੇ ਨਹੀਂ ਕਰ ਪਾਏ ਆ ਉਹਨਾਂ ਦੇ ਉਹ ਮਰ ਗਏ ਆ। Now there are two types of the adaptations, short term adaptation and long term adaptations as the name indicate, है ना। So these adaptations are for short time, ਠੀਕ ਹੈ। ਸੋ ਇਹ ਥੋੜ੍ਹੀ ਦੇਰ ਦੇ ਲਈ ਹੀ ਕਰਨੀਆਂ ਪੈਂਦੀਆਂ ਵਾਲੀਆਂ ਸਾਨੂੰ ਅਡੈਪਟੇਸ਼ਨਸ। ਹੋ ਸਕਦਾ ਕਿ ਸੀਜ਼ਨ ਦੇ ਲਈ ਕਰਨੀਆਂ ਪੈਣ, ਕਿ ਸੀਜ਼ਨ ਜਿਸ ਤਰ੍ਹਾਂ ਜਿਵੇਂ ਮਤਲਬ ਗਰਮੀ ਬਹੁਤ ਜ਼ਿਆਦਾ ਹੈ ਤਾਂ ਅਸੀਂ AC ਯੂਜ਼ ਕਰ ਲੈਂਦੇ ਹਾਂ, ਠੀਕ ਹੈ। ਸਰਦੀ ਬਹੁਤ ਜ਼ਿਆਦਾ ਹੈਗੀ ਆ ਤਾਂ ਅਸੀਂ ਰੂਮ ਹੀਟਰਸ, ਬਲੋਅਰਸ ਯੂਜ਼ ਕਰ ਲੈਂਦੇ ਹਾਂ, ਹੈ ਨਾ। ਠੀਕ ਹੈ। ਸੋ ਮਤਲਬ ਕਿ ਅਸੀਂ ਆਪਣੇ ਆਪ ਨੂੰ ਕਰ ਲੈਂਦੇ ਹਾਂ ਵੀ ਹਾਂ ਜੇਕਰ ਹਾਲਾਤ ਸਹੀ ਨਹੀਂ ਚੱਲ ਰਹੇ ਅਸੀਂ ਉਸ ਤਰੀਕੇ ਨਾਲ ਅਡੈਪਟੇਸ਼ਨਸ ਕਰ ਲੈਂਦੇ ਹਾਂ। ਸੋ ਇਹਦਾ ਮਤਲਬ ਕਿ ਸ਼ੋਰਟ ਟਰਮਸ ਹੈ, ਥੋੜ੍ਹੀ ਦੇਰ ਦੇ ਲਈ ਆਈਆਂ। ਵੈਨ ਦਾ ਕੰਡੀਸ਼ਨਸ ਦੇ ਬਿਕਮ ਫੇਵਰੇਬਲ, ਸੋ ਫਿਰ ਤੋਂ ਦੁਬਾਰਾ ਜਿਹੜੀਆਂ ਅਡੈਪਟੇਸ਼ਨਸ ਹੈ ਡਿਸਅਪੀਅਰ ਹੋ ਜਾਣਗੀਆਂ। ਓਕੇ। ਸੋ ਐਗਜ਼ਾਮਪਲਸ ਅਸੀਂ ਇਹਦੇ ਵਿੱਚ ਪੜ੍ਹਨੀਆਂ ਨੇ ਕਿ ਜੇਕਰ ਅਸੀਂ ਲੋਂਗਰ ਡਿਊਰੇਸ਼ਨ ਦੇ ਲਈ, ਹੈ ਨਾ, ਸਨਲਾਈਟ ਦੇ ਐਕਸਪੋਜ਼ਰ ਦੇ ਵਿੱਚ ਆਉਂਦੇ ਹਾਂ ਤਾਂ ਸਾਡੀ ਸਕਿਨ ਕੀ ਹੋ ਜਾਂਦੀ ਹੈ, ਡਾਰਕ ਹੋ ਜਾਂਦੀ ਹੈ। ਕਈਆਂ ਦੀ ਸਕਿਨ ਦੀ ਬਹੁਤ ਜ਼ਿਆਦਾ ਟੈਨਿੰਗ ਹੋ ਜਾਂਦੀ ਹੈ, ਨਹੀਂ, ਠੀਕ ਹੈ। ਸੋ ਤੁਹਾਨੂੰ ਪਤਾ ਹੀ ਹੈ ਕਿ ਇਹ ਜੋ ਸਾਡੀ ਸਕਿਨ ਦਾ ਪਤਾ ਹੈ ਕਿ ਨਹੀਂ, ਜੋ ਸਾਡੀ ਸਕਿਨ ਦਾ ਕਲਰ ਹੈ ਉਹ ਕਿਹਦੇ ਕਰਕੇ ਹੈ, ਦਿਸ ਇਜ਼ ਬਿਕੋਜ਼ ਆਫ ਦਾ ਪਿਗਮੈਂਟ ਮਿਲੈਨਿਨ। ਓਕੇ, ਆਵਰ ਸਕਿਨ ਕਲਰ ਇਜ਼ ਬਿਕੋਜ਼ ਆਫ ਦਾ ਪਿਗਮੈਂਟ ਮਿਲੈਨਿਨ। ਓਕੇ। ਸੋ ਸਾਡੀ ਸਕਿਨ ਦੀ ਜਿਹੜੀ ਉੱਪਰ ਵਾਲੀ ਲੇਅਰ ਹੈ ਉੱਥੇ ਇਹ ਪਿਗਮੈਂਟ ਬਹੁਤ ਜ਼ਿਆਦਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਠੀਕ ਹੈ। ਸੋ ਔਰ ਬਹੁਤ ਸਾਰੀਆਂ ਸਨਲਾਈਟ ਦੇ ਰੇਡੀਏਸ਼ਨਸ ਨੂੰ ਐਬਜ਼ੋਰਬ ਕਰ ਲੈਂਦਾ। ਸੋ ਐਕਚੁਅਲੀ ਦੇ ਵਿੱਚ ਠੀਕ ਹੈ ਕੀ ਹੈ ਕਿ ਪ੍ਰੋਟੈਕਟ ਕਰ ਰਿਹਾ ਸਾਡੇ ਜਿਹੜੇ ਅੰਡਰਲਾਈਂਗ ਬੋਡੀ ਟਿਸ਼ੂਜ਼ ਹੈਗੇ ਹਨ ਉਹਨਾਂ ਨੂੰ ਇਹ ਮਿਲੈਨਿਨ ਪਿਗਮੈਂਟ ਜਿਹੜਾ ਹੈਗਾ, ਠੀਕ ਹੈ, ਜੋ ਸਾਡੇ ਜਿਹੜੇ ਉਹਨਾਂ ਨੂੰ ਪ੍ਰੋਟੈਕਟ ਕਰ ਰਿਹਾ। ਪਰ ਕਈ ਵਾਰੀ ਕੀ ਹੈ ਕਿ ਸਨਲਾਈਟ 'ਤੇ ਜ਼ਿਆਦਾ ਐਕਸਪੋਜ਼ਰ ਦੇ ਵਿੱਚ ਆਉਣ ਦੇ ਕਰਕੇ ਸਾਡੀ ਕੀ ਹੋ ਜਾਂਦੀ, ਸਕਿਨ ਦੀ ਟੈਨਿੰਗ ਹੋ ਜਾਂਦੀ ਹੈ। ਪਰ ਠੀਕ ਹੈ ਫਿਰ ਜਦੋਂ ਮੌਸਮ ਠੀਕ ਹੋ ਜਾਂਦਾ ਉਹ ਖ਼ਤਮ ਹੋ ਜਾਂਦਾ ਅਸਰ। ਓਕੇ। ਸੋ ਇਸ ਤਰੀਕੇ ਦੇ ਨਾਲ ਸਮ ਐਨੀਮਲਸ, ਠੀਕ ਹੈ, ਦੇ ਹਾਈਬਰਨੇਟ। ਸੋ ਦੀਜ਼ ਆਰ ਵੈਰੀ ਇੰਪੋਰਟੈਂਟ ਟਰਮਸ, ਠੀਕ ਹੈ। ਸੋ +2 ਦੇ ਵਿੱਚ ਵੀ ਆਉਣਗੀਆਂ। ਹਾਈਬਰਨੇਟ, ਐਸਟੀਵੇਟ, ਠੀਕ ਹੈ। ਸੋ ਹਾਈਬਰਨੇਸ਼ਨ ਦਾ ਮਤਲਬ ਕਿ ਵਿੰਟਰ ਸੀਜ਼ਨ ਜਿਹੜਾ ਹੈਗਾ ਕੁਛ ਐਨੀਮਲਸ ਦੇ ਲਈ, ਜਦੋਂ ਵਿੰਟਰ ਸੀਜ਼ਨ ਜਿਹੜਾ ਹੈਗਾ ਅਨਫੇਵਰੇਬਲ ਹੈਗਾ, ਠੀਕ ਹੈ। ਸੋ ਬਹੁਤ ਸਾਰੇ ਜਾਨਵਰ ਜਿਹੜੇ ਹੈਗੇ ਆ ਛਿਪ ਜਾਂਦੇ ਆ। ਤੁਸੀਂ ਦੇਖਿਆ ਹੋਣਾ ਸਰਦੀਆਂ ਦੇ ਵਿੱਚ ਤੁਹਾਨੂੰ ਸਨੇਕ ਦੇਖਣ ਦੇ ਲਈ ਨਹੀਂ ਮਿਲਣਗੇ, ਹੈ ਨਾ। ਕਿਉਂਕਿ ਉਹ ਕਿਤੇ ਜਾ ਕੇ ਛਿਪ ਜਾਂਦੇ ਆ। ਅੱਛਾ, ਉਹ ਮਰ ਨਹੀਂ ਜਾਂਦੇ ਆ। ਹਾਈਬਰਨੇਸ਼ਨ ਦਾ ਕੀ ਮਤਲਬ ਹੈ, ਵਿੰਟਰ ਸਲੀਪ ਵੀ ਕਹਿੰਦੇ ਆ ਇਹਨਾਂ ਨੂੰ, ਕਿ ਸਰਦੀਆਂ ਦੇ ਵਿੱਚ ਕੁਝ ਜਾਨਵਰ ਜਿਹੜੇ ਆ ਕਿਤੇ ਜਾ ਕੇ ਛਿਪ ਜਾਂਦੇ ਆ, ਠੀਕ ਹੈ। ਸੋ ਉਹਨਾਂ ਦੀ ਐਕਟੀਵਿਟੀ ਜਿਹੜੀ ਹੈਗੀ ਉਹ ਘੱਟ ਜਾਂਦੀ ਹੈ, ਮਰ ਨਹੀਂ ਗਏ ਆ, ਠੀਕ ਹੈ, ਪਰ ਉਹ ਉਹਨਾਂ ਦੀ ਐਕਟੀਵਿਟੀ ਘੱਟ ਗਈ ਹੈ, ਉਹ ਬਾਹਰ ਨਹੀਂ ਨਿਕਲ ਸਕਦੇ, ਨਹੀਂ ਤਾਂ ਉਹਨਾਂ ਦਾ ਬਲੱਡ ਜੰਮ ਜਾਏਗਾ ਨਾ ਬਹੁਤ ਜ਼ਿਆਦਾ ਠੰਡ ਦੇ ਵਿੱਚ, ਠੀਕ ਹੈ ਜੀ। ਸੋ ਜਦੋਂ ਕੰਡੀਸ਼ਨਸ ਫੇਵਰੇਬਲ ਹੋ ਜਾਂਦੀਆਂ ਤੁਹਾਨੂੰ ਪਤਾ ਫਿਰ ਤੋਂ ਦੁਬਾਰਾ ਨਿਕਲ ਆਉਂਦੇ ਆ, ਠੀਕ। ਸੋ ਰਹਿੰਦੇ ਜੀਂਦਾ ਹੀ ਹੈ। ਇਸੇ ਤਰੀਕੇ ਦੇ ਨਾਲ ਇੱਕ ਟਰਮ ਹੁੰਦੀ ਹੈ ਤੁਹਾਡੇ ਇੱਥੇ ਦਿੱਤੀ ਨਹੀਂ ਹੋਈ, ਐਸਟੀਵੇਸ਼ਨ, ਹੈ ਨਾ। ਸੋ ਬੱਚੇ ਐਸਟੀਵੇਸ਼ਨ ਜਿਹੜੀ ਹੈਗੀ ਆ ਉਹ ਸਮਰ ਸਲੀਪ ਹੈ ਨਾ। ਸੋ ਬਹੁਤ ਸਾਰੇ ਜਿਹੜੇ ਐਨੀਮਲ ਹੈਗੇ ਆ ਉਹ ਦੇ ਰਿਮੇਨ ਇਨਐਕਟਿਵ, ਹੈ ਨਾ, ਠੀਕ ਹੈ। ਸੋ ਡਿਊਰਿੰਗ ਦਾ ਸਮਰ ਸੀਜ਼ਨ, ਹੈ ਨਾ। ਤੋ ਇਸ ਤਰੀਕੇ ਦੇ ਨਾਲ ਐਨੀਮਲਸ ਨੇ ਅਕੋਰਡਿੰਗ ਟੂ ਦਾ ਕੰਡੀਸ਼ਨਸ ਆਪਣੇ ਆਪ ਨੂੰ ਅਡੋਪਟ ਕੀਤਾ ਹੋਇਆ। ਸੋ ਦੀਜ਼ ਵਰ ਦਾ 2 ਐਗਜ਼ਾਮਪਲਸ ਫॉर ਸ਼ਾਰਟ ਟਰਮ ਅਡੈਪਟੇਸ਼ਨਸ। ਓਕੇ। ਨਾਓ ਡਿਫਰੈਂਸ ਵੀ ਦਿੱਤਾ ਹੋਇਆ, ਮੈਂ ਇੱਕ ਵਾਰੀ ਤੁਹਾਨੂੰ ਪਹਿਲਾਂ ਡਿਫਰੈਂਸ ਬੋਲ ਦਿੰਦੀ ਹਾਂ, ਹੈ ਨਾ। ਸ਼ਾਰਟ ਟਰਮ ਅਡੈਪਟੇਸ਼ਨਸ, ਲੌਂਗ ਟਰਮ ਅਡੈਪਟੇਸ਼ਨਸ। ਓਕੇ। ਸੋ ਦੇ ਅਪੀਅਰ ਫॉर a short period to overcome some specified stress or in response to a particular season। ਕਿਸੇ ਕੋਈ ਬਹੁਤ ਸਟਰੈਸ ਕੀ ਆ ਸਕਦੀ ਬੱਚੇ, ਉਹੀ ਸਟਰੈਸ ਆ ਗਈ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਜਾਂ ਫਿਰ ਸਰਦੀ ਬਹੁਤ ਜ਼ਿਆਦਾ ਹੋ ਗਈ ਹੈ, ਠੀਕ ਹੈ ਜੀ। ਸੋ ਉਹਨੂੰ ਪਰਟੀਕੂਲਰ ਸੀਜ਼ਨ ਨੂੰ ਰਿਸਪੌਂਸ ਦੇਣ ਦੇ ਲਈ ਜਿਹੜੀਆਂ ਅਸੀਂ ਅਡੈਪਟੇਸ਼ਨਸ ਕੀਤੀਆਂ ਉਹ ਸ਼ੋਰਟ ਟਰਮ ਹੈ, ਜਦ ਕਿ ਇਹ ਅਡੈਪਟੇਸ਼ਨ ਲਾਈਫ ਲੌਂਗ ਹੈ ਨਾ, ਠੀਕ ਹੈ। ਸੋ ਇਹ ਚਲਦੀਆਂ ਹੀ ਰਹਿੰਦੀਆਂ ਤਕਰੀਬਨ ਸਾਰਾ ਸਮਾਂ।
they develop in response to a stress or a season and disappear as soon as the stress period is over ਹੈ ਨਾ। ਠੀਕ ਹੈ, ਜਿੱਦਾਂ ਜਿੱਦਾਂ ਹੀ ਸਟ੍ਰੈਸ ਪੀਰੀਅਡ ਖਤਮ ਹੋ ਜਾਂਦਾ, ਬੁਰੇ ਹਾਲਾਤ ਖਤਮ ਹੋ ਜਾਂਦੇ ਆ, ਫਿਰ ਤੋਂ ਦੁਬਾਰਾ ਇਹ ਖਤਮ ਹੋ ਜਾਂਦੀਆਂ, ਜਦ ਕਿ ਇਹ ਡਿਵੈਲਪ ਹੋ ਜਾਂਦੀਆਂ ਨੇ ਕਿਉਂਕਿ ਅਸੀਂ ਐਗਜ਼ਿਸਟ ਕਰਨ ਦੇ ਲਈ, ਸਰਵਾਈਵ ਕਰਨ ਦੇ ਲਈ ਅਸੀਂ ਸਟਰਗਲ ਕਰ ਰਹੇ ਹਾਂ। ਠੀਕ ਹੈ, ਸੋ ਅਸੀਂ ਕੀ ਕਰ ਰਹੇ ਹਾਂ, ਲੌਂਗ ਟਰਮ ਅਡੈਪਟੇਸ਼ਨ। ਓਕੇ, ਇਹ ਹੈਰੀਟੇਬਲ ਹੈ ਔਰ ਅਕਵਾਇਰਡ ਹੈ ਨਾ। ਠੀਕ ਹੈ, ਸੋ ਅਸੀਂ ਇਹ ਸਾਨੂੰ ਪਿੱਛੋਂ ਵੀ ਵਿਰਾਸਤ ਦੇ ਵਿੱਚ ਵੀ ਮਿਲੀਆਂ ਹੋਈਆਂ ਨੇ ਅਤੇ ਅਸੀਂ ਆਪਣੇ ਲਾਈਫ ਟਾਈਮ ਦੇ ਵਿੱਚ ਆ ਕੇ ਵੀ ਇਹਨਾਂ ਅਡੈਪਟੇਸ਼ਨਸ ਨੂੰ ਅਡੋਪਟ ਕੀਤਾ। ਇਸ ਕਰਕੇ ਇਹਨਾਂ ਦਾ ਐਵੋਲੂਸ਼ਨ ਹੈ ਨਾ, 10th ਕਲਾਸ ਦੇ ਵਿੱਚ ਵੀ ਹੈਰੀਡਿਟੀ ਐਂਡ ਐਵੋਲੂਸ਼ਨ ਵਾਲਾ ਚੈਪਟਰ ਪੜ੍ਹੇ ਹੋਇਆ ਕਿ ਨਹੀਂ, ਚੇਂਜਿਸ ਹੈ ਨਾ। ਪਹਿਲਾਂ ਲਾਈਫ ਕਿੰਨੀ ਸਿੰਪਲ ਹੁੰਦੀ ਸੀ, ਹੁਣ ਕਿੰਨੀ ਕੰਪਲੀਕੇਟਡ ਹੋ ਗਈ ਹੈ ਨਾ। ਠੀਕ ਹੈ, ਸੋ ਇਸ ਕਰਕੇ ਨਾ ਇਹਨਾਂ ਦਾ ਕੋਈ ਜ਼ਿਆਦਾ ਰੋਲ ਨਹੀਂ ਹੁੰਦਾ ਐਵੋਲੂਸ਼ਨ ਦੇ ਵਿੱਚ, ਚੇਂਜਿਸ ਲਿਆਉਣ ਦੇ ਵਿੱਚ ਹੈ ਨਾ। ਇਹ ਤਾਂ ਲੰਬੇ ਸਮੇਂ ਤੱਕ ਰਹਿੰਦੀਆਂ ਨੇ, ਇਸ ਕਰਕੇ ਇਹ ਹਮੇਸ਼ਾ ਹੀ ਹੈਰੀਟੇਬਲ ਹੁੰਦੀਆਂ ਨੇ। ਸਾਡੇ ਜੀਨਸ ਦੇ ਵਿੱਚ ਹੀ ਹੈ ਕਿ ਅਸੀਂ ਇਹ ਅਡੈਪਟੇਸ਼ਨਸ ਕਰਨੀਆਂ ਹੀ ਕਰਨੀਆਂ। ਓਕੇ, ਠੀਕ ਹੈ, ਸੋ ਦੇ ਪਲੇ ਅ ਮੇਜਰ ਰੋਲ ਇਨ ਦਾ ਐਵੋਲੂਸ਼ਨ। ਓਕੇ, ਸੋ ਇਹ ਸੀ ਡਿਫਰੈਂਸ ਬਿਟਵੀਨ ਦਾ ਸ਼ਾਰਟ ਟਰਮ ਐਂਡ ਲੌਂਗ ਟਰਮ ਅਡੈਪਟੇਸ਼ਨ। ਹੋ ਸਕਦਾ ਕਿ ਮੈਂ ਜੋ ਕੁਐਸਚਨ ਭੇਜਾਂ ਉਹਦੇ ਵਿੱਚ ਤੁਹਾਨੂੰ ਹੋਰ ਪੁਆਇੰਟਸ ਮਿਲਣ, ਕਿਉਂਕਿ ਬੱਚਿਆਂ ਨੂੰ ਕਿਹਾ ਜਾਂਦਾ ਕਿ ਹੋਰ ਬੁੱਕਸ ਤੋਂ ਵੀ ਤੁਸੀਂ ਮਿਲ ਕੇ ਜਾਂ ਪਹਿਲਾਂ ਮੈਂ ਖੁਦ ਹੀ ਲਿਖਵਾਏ ਹੁੰਦੇ ਆ ਬੱਚਿਆਂ ਨੂੰ ਪੁਆਇੰਟਸ। ਹੋ ਸਕਦਾ ਕਿ ਤੁਹਾਨੂੰ ਹੋਰ ਵੀ ਪੁਆਇੰਟਸ ਦੇਖਣ ਵਾਸਤੇ ਮਿਲਣ ਕਿ ਕੀ ਪੁਆਇੰਟ ਤੁਸੀਂ ਦੇ ਸਕਦੇ ਹੋ। ਮੈਂ ਇੱਥੇ ਦੱਸ ਦੇਣੀ ਤੁਹਾਨੂੰ। ਇੱਕ ਤਾਂ 4 ਨੰਬਰ ਦੇ ਉੱਤੇ ਤੁਸੀਂ ਕੀ ਦੇ ਸਕਦੇ ਹੋ, ਐਗਜ਼ਾਮਪਲਸ ਕਰਵਾਈਆਂ ਨਾ ਮੈਂ ਹੁਣ ਤੁਹਾਨੂੰ ਪਿੱਛੇ ਸ਼ਾਰਟ ਟਰਮ ਦੀਆਂ, ਲੌਂਗ ਦੀਆਂ ਅੱਗੇ ਮੈਂ ਤੁਹਾਨੂੰ ਕਰਵਾਉਣ ਲੱਗੀ ਹਾਂ। ਤਾਂ ਇੱਕ 4th ਪੁਆਇੰਟ ਬਣਾਇਆ ਜਾ ਸਕਦਾ ਡਿਫਰੈਂਸ ਦਾ, ਐਗਜ਼ਾਮਪਲਸ। ਚਲੀਏ ਫਿਰ ਲੌਂਗ ਟਰਮ ਅਡੈਪਟੇਸ਼ਨ ਦੇ ਉੱਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਸਾਰਾ ਕੁਛ ਦੱਸ ਦਿੱਤਾ। ਠੀਕ ਹੈ, ਸੋ ਲੰਬੇ ਸਮੇਂ ਤੱਕ ਚੱਲਦੀਆਂ ਨੇ, ਤਕਰੀਬਨ ਪੂਰੀ ਲਾਈਫ ਵੀ ਚੱਲਦੀਆਂ ਰਹਿੰਦੀਆਂ ਨੇ। ਕਹਿੰਦਾ ਕਿ ਜੇਕਰ ਅਸੀਂ ਕਿਸੇ ਵੀ ਔਰਗੈਨਿਜ਼ਮ ਦਾ, ਠੀਕ ਹੈ, ਸੋ ਫੋਸਿਲ ਰਿਕਾਰਡਸ ਦੇਖੀਏ ਨਾ, ਉਹਦਾ ਅਸੀਂ ਜਿਓਲੋਜੀਕਲ ਪਾਸਟ ਅਸੀਂ ਦੇਖਣਾ ਚਾਹੀਏ। ਠੀਕ ਹੈ, ਸੋ ਸਾਨੂੰ ਉਹਦੇ ਵਿੱਚ ਕੀ ਹੈ, fossil records of the geological past shows that those organisms which failed to adopt to the change in the environment became extinct। fossils ਦੇ ਕੇ ਪਤਾ ਹੀ ਹੋਣਾ ਤੁਹਾਨੂੰ fossils ਕੀ ਹੁੰਦੇ ਆ ਹੈ ਨਾ, ਜੋ ਡੈਡ ਰਿਮੇਨਸ ਪਿੱਛੇ ਬਚ ਜਾਂਦੀਆਂ ਔਰਗੈਨਿਜ਼ਮ ਦੀਆਂ ਨਾ। ਤਾਂ ਕਹਿੰਦਾ ਉੱਥੋਂ ਦੇਖ ਕੇ ਇਹ ਪਤਾ ਲੱਗਾ ਕਿ ਹਾਂ ਜਿਹੜੇ ਇੰਡੀਵਿਜੂਅਲਸ ਨੇ ਇਨਵਾਇਰਮੈਂਟ ਨੂੰ ਅਡੋਪਟ ਨਹੀਂ ਸੀ ਨਾ ਕੀਤਾ, ਉਹ ਮਰ ਗਏ ਸੀ। ਓਕੇ, ਇਹਦੇ ਵਿੱਚ ਤੁਸੀਂ ਐਗਜ਼ਾਮਪਲਸ ਹੁਣ ਕੀ ਦੇਖਦੇ ਹੋ ਕਿ ਡਿਫਰੈਂਟ ਬਰਡਸ, ਉਹਨਾਂ ਦੇ ਕਲੌਜ਼, ਉਹਨਾਂ ਦੇ ਜਿਹੜੇ ਪੰਜੇ ਜਿਹੜੇ ਹੈਗੇ ਆ ਅਲੱਗ ਤਰ੍ਹਾਂ ਦੇ ਹੁੰਦੇ ਆ ਨਹੀਂ। ਠੀਕ ਹੈ, ਸੋ ਕਿਉਂਕਿ ਜਿਵੇਂ ਵੁੱਡ ਪੈਕਰ ਹੈਗਾ, ਉਹਨੇ ਕਲਿੰਗਿੰਗ ਕਰਨੀ ਹੁੰਦੀ ਹੈ, ਕਲਾਈਂਬਿੰਗ ਕਰਨੀ ਹੁੰਦੀ ਹੈ ਨਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾਣ ਦੇ ਲਈ ਹੈ ਨਾ। ਈਗਲਸ ਨੇ ਗ੍ਰੈਸ ਚੰਗੇ ਤਰੀਕੇ ਨਾਲ ਜਕੜਨਾ ਹੁੰਦਾ ਆਪਣਾ ਉਹ ਜਿਹੜਾ ਸ਼ਿਕਾਰ ਹੁੰਦਾ ਹੈ ਨਾ। ਇੱਦਾਂ ਹੀ ਹੌਕ ਜਿਹੜਾ ਹੈਗਾ ਉਹਨੇ ਵੀ ਕੈਚਿੰਗ ਕਰਨੀ ਹੁੰਦੀ ਹੈ, ਪਿੱਛੇ ਦੌੜਨਾ ਹੁੰਦਾ ਆਪਣੇ ਸ਼ਿਕਾਰ ਦੇ। ਜਿੱਦਾਂ ਡੱਕ ਹੈਗੀ ਉਹਨੇ ਪਾਣੀ ਦੇ ਵਿੱਚ ਸਵਿਮ ਕਰਨਾ ਹੁੰਦਾ ਹੈ, ਅਤੇ ਉਹਦੇ ਜਿਹੜੇ ਫੀਟ ਹੁੰਦੇ ਬੜੇ ਚੌੜੇ ਮੋਟੇ ਫੀਟ ਹੁੰਦੇ ਆ, ਗੁੱਦੇਦਾਰ ਕਹਿ ਲਓ ਹੈ ਨਾ। ਤਾਂ ਹੀ ਉਹ ਬੜੇ ਮਜ਼ੇ ਦੇ ਨਾਲ ਪਾਣੀ ਦੇ ਸਰਫੇਸ ਦੇ ਉੱਤੇ ਕੀ ਕਰਦੀ ਰਹਿੰਦੀ ਹੈ, ਸਵਿਮਿੰਗ ਕਰਦੀ ਰਹਿੰਦੀ ਹੈ। ਆਸਟ੍ਰਿਚ ਪਤਾ ਹੋਣਾ ਤੁਹਾਨੂੰ ਹੈ ਨਾ, ਸਭ ਤੋਂ ਵੱਡਾ ਬਿਗ ਜਿਹੜਾ ਹੈਗਾ ਬਰਡ ਹੈ, ਅਤੇ ਸਭ ਤੋਂ ਵੱਡਾ ਇਹਦਾ ਐਗ ਹੁੰਦਾ ਸਾਈਜ਼ ਦੇ ਵਿੱਚ ਆਸਟ੍ਰਿਚ ਦਾ ਹੈ ਨਾ। ਇਹ ਇੱਕ ਬਰਡ ਹੈ, ਠੀਕ ਹੈ, ਉਹਨੇ ਦੌੜਨਾ ਹੁੰਦਾ, ਉਹਨੇ ਰਨਿੰਗ ਕਰਨੀ ਹੁੰਦੀ ਹੈ। ਸੋ ਇਸ ਤਰੀਕੇ ਦੇ ਨਾਲ ਜੇਕਰ ਹੈ ਨਾ, ਸੋ ਇਹਨਾਂ ਦੇ ਇਹ ਪਾਰਟਸ ਜਿਹੜੇ ਹੈਗੇ ਆ ਵਧੀਆ ਤਰੀਕੇ ਨਾਲ ਡਿਵੈਲਪ ਨਹੀਂ ਹੋਣਗੇ, ਠੀਕ ਹੈ, ਤਾਂ ਫਿਰ ਇਹ ਤਾਂ ਭੁੱਖੇ ਮਰ ਜਾਣਗੇ, ਇਹਨਾਂ ਨੂੰ ਇਹਨਾਂ ਦਾ ਸ਼ਿਕਾਰ ਹੀ ਨਹੀਂ ਮਿਲ ਪਾਏਗਾ। ਇਸੇ ਤਰੀਕੇ ਦੇ ਨਾਲ ਸੈਕਿੰਡ ਐਗਜ਼ਾਮਪਲ ਤੁਹਾਡੇ ਕੋਲ ਆ ਗਈ, ਡਿਫਰੈਂਟ ਬਰਡਸ ਦੀ ਡਿਫਰੈਂਟ ਬੀਕ ਸਟਰਕਚਰਸ। ਬੀਕ ਦਾ ਪਤਾ ਹੀ ਹੋਣਾ ਕਿ ਕੀ ਹੁੰਦੀ ਹੈ, ਚੁੰਝ ਹੈ ਨਾ। ਠੀਕ ਹੈ, ਸੋ ਜਿਹੜੇ ਬਰਡਸ ਹੈਗੇ ਉਹਨਾਂ ਨੇ ਆਪਣੀ ਚੁੰਝ ਦੇ ਥਰੂ ਜਿਹੜਾ ਹੈਗਾ ਖਾਣਾ ਹੁੰਦਾ, ਉਹਨਾਂ ਦੇ ਫੀਡਿੰਗ ਹੈਬਿਟਸ ਹੈ ਨਾ। ਜਿੱਦਾਂ ਕਿ ਹੌਰਨ ਬਿੱਲ ਜਿਹੜਾ ਹੈਗਾ ਉਹਨੇ ਸਕੂਪਿੰਗ ਕਰਨੀ ਹੁੰਦੀ ਹੈ ਕਿ ਜਿਹੜੇ ਫਰੂਟ ਹੈ ਉਹਦੇ ਵਿੱਚ ਇੱਦਾਂ ਸ਼ੇਕ ਕਰਨਾ ਹੁੰਦਾ, ਤਾਂ ਨੈਚੁਰਲੀ ਉਹਦੀ ਬੀਕ ਤਿੱਖੀ ਹੋਏਗੀ ਹੈ ਨਾ, ਤਾਂ ਹੀ ਉਹ ਫਰੂਟ ਦੇ ਵਿੱਚ ਸ਼ੇਕ ਕਰ ਪਾਏਗਾ ਅਤੇ ਫਰੂਟ ਨੂੰ ਖਾ ਪਾਏਗਾ। ਇਸੇ ਤਰੀਕੇ ਦੇ ਨਾਲ ਸਪੂਨ ਬਿੱਲ ਹੈ, ਠੀਕ ਹੈ, ਸੋ ਇਹ ਐਕੁਐਟਿਕ ਪਾਣੀ ਦੇ ਵਿੱਚ ਜਿਹੜੀਆਂ ਕੋਈ ਵੈਜੀਟੇਬਲਸ ਹੁੰਦੀਆਂ ਉਹਨਾਂ ਨੂੰ ਖਾਂਦਾ। ਵਲਚਰਸ, ਇੱਲਾਂ ਜਿਹੜੀਆਂ ਹੁੰਦੀਆਂ ਉਹਨਾਂ ਨੇ ਜੋ ਆਪਣਾ ਸ਼ਿਕਾਰ ਹੈਗਾ, ਮਰੇ ਹੋਏ ਜਾਨਵਰ ਜਿਹੜੇ ਹੈਗੇ ਆ ਉਹਨਾਂ ਦੇ ਮਾਸ ਨੂੰ ਖਾਣਾ ਹੈਗਾ ਨਹੀਂ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਪੈਰਟ ਜਿਹੜਾ ਹੈਗਾ ਦੇਖੋ ਉਹਨੇ ਕਿੰਨੇ ਹਾਰਡ, ਉਹ ਤਾਂ ਕੱਚੇ, ਕਈ ਵਾਰ ਤੁਸੀਂ ਦੇਖਣਾ ਕਿ ਫਰੂਟ ਬਹੁਤ ਪੱਕਿਆ ਨਹੀਂ ਹੋਇਆ ਤਾਂ ਕੱਚੇ ਫਰੂਟਸ ਦੇ ਉੱਤੇ ਵੀ ਖਾ ਰਿਹਾ ਹੁੰਦਾ ਜਿਹੜਾ ਤੋਤਾ ਹੁੰਦਾ ਹੈ ਨਾ। ਤਾਂ ਨੈਚੁਰਲੀ ਉਹਨਾਂ ਦੇ ਮਾਊਥ ਪਾਰਟਸ ਜਿਹੜੇ ਹੈਗੇ ਆ ਵੈਲ ਡਿਵੈਲਪਡ ਹੋਣਗੇ, ਠੀਕ ਹੈ, ਤਾਂ ਹੀ ਇਹ ਆਪਣੇ ਭੋਜਨ ਨੂੰ ਖਾ ਪਾਉਣਗੇ, ਨਹੀਂ ਤਾਂ ਮਰ ਜਾਣਗੇ। ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਦਿੱਤੀਆਂ ਹੋਈਆਂ, ਤੁਸੀਂ ਪੜ੍ਹ ਸਕਦੇ ਹੋ। ਨਾਓ 11th ਤੁਹਾਡੇ ਕੋਲ ਲਿਵਿੰਗ ਔਰਗੈਨਿਜ਼ਮ ਦਾ ਕਰੈਕਟਰਿਸਟਿਕ ਆ ਗਿਆ ਐਵੋਲੂਸ਼ਨ। ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਠੀਕ ਹੈ, ਸੋ ਕਿ ਲਿਵਿੰਗ ਥਿੰਗਸ ਜਿਹੜੀਆਂ ਹੈਗੀਆਂ ਨੇ ਮੋਡੀਫਾਈ ਹੋਈਆਂ ਨੇ, ਨਿਊ ਵਰਾਇਟੀਜ਼ ਬਣੀਆਂ, ਨਿਊ ਰੇਸਿਸ, ਨਿਊ ਸਪੀਸੀਜ਼, ਠੀਕ ਹੈ, ਬਣੀਆਂ ਵਿਦ ਟਾਈਮ ਹੈ ਨਾ। ਠੀਕ ਹੈ, ਸੋ ਵੇਰੀਏਸ਼ਨਸ ਇਕੱਠੀਆਂ ਹੁੰਦੀਆਂ ਜਾ ਰਹੀਆਂ ਨੇ। ਨੈਚੁਰਲ ਸਿਲੈਕਸ਼ਨ ਹੈ ਨਾ, ਇਹ ਤੁਸੀਂ ਮੈਨੂੰ ਨਹੀਂ ਪਤਾ 10th ਕਲਾਸ ਦੇ ਵਿੱਚ ਥੋੜ੍ਹਾ ਬਹੁਤਾ ਸੁਣਿਆ ਹੋਇਆ ਕਿ ਡਾਰਵਿਨ ਜਿਹੜੇ ਸੀਗੇ ਸਾਇੰਟਿਸਟ ਹੈ ਨਾ ਐਵੋਲੂਸ਼ਨ ਦੇ ਲਈ, ਉਹਨਾਂ ਨੇ ਬਹੁਤ ਸਾਰੀਆਂ ਥਿਊਰੀਜ਼ ਦਿੱਤੀਆਂ ਸੀਗੀਆਂ। ਤਾਂ ਨੈਚੁਰਲ ਸਿਲੈਕਸ਼ਨ ਹੈ ਨਾ, ਸੋ ਨੇਚਰ ਸਿਲੈਕਟ ਕਰਦੀ ਹੈ, ਠੀਕ ਹੈ, ਵੀ ਕਿਹੜੀਆਂ ਵੇਰੀਏਸ਼ਨਸ ਕਿਸੇ ਇੰਡੀਵਿਜੂਅਲ ਦੇ ਲਈ ਠੀਕ ਹੈ, ਕਿਹੜੀਆਂ ਨਹੀਂ ਹੈ। ਸੋ ਵੇਰੀਏਸ਼ਨਸ ਇਕੱਠੀਆਂ ਹੁੰਦੀਆਂ ਗਈਆਂ। ਵੇਰੀਏਸ਼ਨਸ ਬੱਚੇ ਕੀ ਹੁੰਦੀਆਂ ਨੇ, ਚੇਂਜਿਸ
ਘਰ ਦੇ ਵਿੱਚ ਵੀ ਵੇਰੀਏਸ਼ਨਸ ਹੈਗੀਆਂ ਨੇ, ਹੈ ਨਾ। ਠੀਕ ਹੈ, ਜੇਕਰ ਬ੍ਰਦਰ ਸਿਸਟਰ ਹੈਗੇ ਆ, ਠੀਕ ਹੈ, ਬ੍ਰਦਰ ਸਿਸਟਰ ਹੈ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਵੀ ਵੇਰੀਏਸ਼ਨਸ ਹੈਗੀਆਂ ਨੇ। ਕਿਸੇ ਨੂੰ ਕੁਝ ਪਸੰਦ ਹੈ, ਕਿਸੇ ਨੂੰ ਪੀਜ਼ਾ ਜ਼ਿਆਦਾ ਪਸੰਦ ਹੈ, ਕਿਸੇ ਨੂੰ ਬਰਗਰ ਪਸੰਦ ਹੈ, ਨਹੀਂ, ਆਪਣੀ ਆਪਣੀ ਪਸੰਦ ਹੈ। ਕੋਈ ਬੱਚਾ ਬਹੁਤ ਗੁੱਸੇ ਵਾਲਾ ਹੁੰਦਾ, ਕੋਈ ਬੱਚਾ ਜੋ ਹੈ ਸ਼ਾਂਤ ਸੁਭਾਅ ਦਾ ਹੁੰਦਾ। ਓਕੇ, ਸੋ ਇਸ ਤਰੀਕੇ ਦੇ ਨਾਲ ਵੇਰੀਏਸ਼ਨਸ ਆਈਆਂ, ਠੀਕ ਹੈ, ਜਿਹਦੇ ਕਰਕੇ ਕੀ ਹੋਈ ਹੈ, ਐਵੋਲੂਸ਼ਨ ਹੋਈ ਹੈ। ਠੀਕ ਹੈ, ਸੋ ਜਿੱਦਾਂ ਕਿ ਮੈਨ ਜਿਹੜਾ ਹੈਗਾ, ਠੀਕ ਹੈ, ਕਹਿੰਦੇ ਆ ਨਾ ਕਿ ਸਾਡੇ ਐਂਸੈਸਟਰਸ, ਠੀਕ ਹੈ, ਕੌਣ ਹੈ, ਏਪ ਲਾਈਕ, ਠੀਕ ਹੈ, ਮੌਂਕੀਜ਼ ਹੈਗੇ ਨੇ, ਹੈ ਨਾ। ਜਿਹੜੇ ਏਪਸ ਹੈਗੇ ਨਾ ਉਹ, ਠੀਕ ਹੈ, ਸਾਡੇ ਐਂਸੈਸਟਰਸ ਹੈਗੇ ਨੇ। ਅੱਗੇ ਤੁਹਾਡੇ ਕੋਲ, ਠੀਕ ਹੈ, ਅਗਲਾ ਕਰੈਕਟਰਿਸਟਿਕ ਤੁਹਾਡੇ ਕੋਲ ਲਿਵਿੰਗ ਔਰਗੇਨਿਜ਼ਮ ਦਾ ਆ ਗਿਆ, ਡੈਥ। ਤਾਂ ਡੈਥ ਤੁਹਾਨੂੰ ਪਤਾ ਹੀ ਹੈ, ਠੀਕ ਹੈ। ਸੋ ਅਲਟੀਮੇਟ ਟਰਮੀਨੇਸ਼ਨ ਹੈਗੀ ਹੈ ਫੰਕਸ਼ਨਲ ਲਾਈਫ ਦੀ, ਹੈ ਨਾ। ਇੰਡੀਵਿਜੂਅਲ ਦੇ ਫੰਕਸ਼ਨਸ ਖਤਮ ਹੋ ਜਾਂਦੇ ਆ। ਇਹ ਪਰਮਾਨੈਂਟ ਫੀਚਰ ਹੈ ਲਿਵਿੰਗ ਔਰਗੇਨਿਜ਼ਮ ਦਾ, ਨਹੀਂ, ਠੀਕ ਹੈ। ਸੋ ਹਰ ਇੱਕ ਇੰਡੀਵਿਜੂਅਲ ਦਾ ਇੱਕ ਪਰਟੀਕੂਲਰ ਲਾਈਫ ਸਾਈਕਲ ਹੈ, ਨਹੀਂ। ਅਸੀਂ ਪਹਿਲਾਂ ਸਾਡਾ ਜਨਮ ਹੁੰਦਾ, ਠੀਕ ਹੈ ਨਾ, ਫਿਰ ਸਾਡੀ ਕੀ ਹੁੰਦੀ ਹੈ, ਗਰੋਥ, ਸਾਈਜ਼ ਦੇ ਵਿੱਚ ਅਸੀਂ ਵੱਧਦੇ ਹਾਂ, ਅਡਲਟ ਹੋ ਜਾਂਦੇ ਹਾਂ, ਰੀਪਰੋਡਿਊਸ ਕਰਦੇ ਹਾਂ, ਫਿਰ ਸਾਡੀ ਏਜਿੰਗ ਹੋ ਜਾਂਦੀ ਹੈ, ਓਲਡ ਹੋ ਜਾਂਦੇ ਹਾਂ ਅਸੀਂ, ਸੈਨੀਸੈਂਸ, ਹੈ ਨਾ, ਬਿਰਧ ਅਵਸਥਾ ਆ ਜਾਂਦੀ ਹੈ, ਅਤੇ ਅਲਟੀਮੇਟਲੀ ਡੈਥ ਹੋ ਜਾਂਦੀ ਹੈ। ਓਕੇ, ਸੋ ਡੈਥ ਬਹੁਤ ਇੰਪੋਰਟੈਂਟ ਹੈ, ਠੀਕ ਹੈ, ਕਿਉਂਕਿ ਇਹ ਰੈਗੂਲੇਟ ਕਰਦੀ ਪਈ ਹੈ ਪਾਪੂਲੇਸ਼ਨ ਨੂੰ, ਰੈਗੂਲੇਟ ਕਰਦੀ ਪਈ ਹੈ, ਓਵਰ ਕਰੋਡਿੰਗ ਨੂੰ ਅਵੋਇਡ ਕੀਤਾ ਜਾ ਸਕਦਾ ਡੈਥ ਦੀ ਹੈਲਪ ਦੇ ਨਾਲ। ਸੋ ਡੈਥ ਐਂਡ ਰੀਪਰੋਡਕਸ਼ਨ ਜੋ ਹੈਗੇ ਆ ਮੇਨਟੇਨ ਕਰ ਰਹੇ ਆ ਬੈਲੈਂਸ ਇਨ ਦਾ ਪਾਪੂਲੇਸ਼ਨ ਆਫ ਸਪੀਸੀਜ਼, ਹੈ ਨਾ। ਸੋ ਇਸ ਤਰੀਕੇ ਦੇ ਨਾਲ ਇਹ ਦੋਨੋਂ ਹੀ ਕੰਟਰੀਬਿਊਟ ਕਰ ਰਹੇ ਆ ਹੋਮਿਓਸਟਾਸਿਸ 'ਚ। ਓਕੇ, ਸੋ ਕਿਸੇ ਵੀ ਔਰਗੇਨਿਜ਼ਮ ਦੀ ਜਦੋਂ ਡੈਥ ਹੋ ਜਾਂਦੀ ਹੈ, ਠੀਕ ਹੈ, ਸੋ ਧਰਤੀ ਦੇ ਉੱਤੇ ਨੈਚੁਰਲੀ ਔਰਗੈਨਿਕ ਮੈਟਰ ਜਿਹੜਾ ਹੈਗਾ ਬਹੁਤ ਜ਼ਿਆਦਾ ਵੱਧ ਰਿਹਾ ਨਾ, ਠੀਕ ਹੈ। ਫੋਰ ਐਗਜ਼ਾਮਪਲ ਕੋਈ ਐਨੀਮਲ ਮਰ ਗਿਆ, ਐਕਸੀਡੈਂਟ ਹੋ ਗਿਆ, ਹਿਊਮਨ ਬੀਇੰਗ ਦੇ ਵੀ ਐਕਸੀਡੈਂਟ ਦੇਖੋ ਅਕਸਰ ਸੜਕਾਂ ਦੇ ਉੱਪਰ ਹੁੰਦੇ ਹੀ ਰਹਿੰਦੇ ਆ ਨਾ, ਠੀਕ ਹੈ। ਸੋ ਉਹਦੇ ਉੱਤੇ ਫਿਰ ਡੀਕੰਪੋਜ਼ਰਸ, ਹੈ ਨਾ, ਬੈਕਟੀਰੀਆ, ਮਾਈਕਰੋ ਔਰਗੇਨਿਜ਼ਮ ਜਿਹੜੇ ਆ ਡਿਕੇ ਕਰਦੇ ਆ ਉਹਨਾਂ ਦਾ, ਹੈ ਨਾ, ਫੰਜਾਈ ਵਗੈਰਾ, ਤੋਂ ਔਰਗੈਨਿਕ ਮੈਟਰ ਨੂੰ ਸਿੰਪਲ ਫੋਮ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ, ਨਹੀਂ, ਸਿੰਪਲ ਐਲੀਮੈਂਟਸ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ, ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਹੈ ਨਾ। So these elements are returned to the soil, air and water. So thus it plays an important role in the biogeochemical cycles. ਇਹ ਇੱਕ ਤਰ੍ਹਾਂ ਦਾ ਕੀ ਚੱਲ ਰਿਹਾ, ਬਾਇਓਜੀਓਕੈਮੀਕਲ ਸਾਈਕਲ ਚੱਲ ਰਿਹਾ, ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨੂੰ ਨਿਊਟਰੀਐਂਟ ਸਾਈਕਲ ਵੀ ਅਸੀਂ ਕਹਿੰਦੇ ਹਾਂ, ਨਹੀਂ। ਇੰਡੀਵਿਜੂਅਲ ਮਰ ਗਏ, ਗਲ ਸੜ ਗਏ ਹੈ, ਠੀਕ ਹੈ, ਬਿਲਕੁਲ ਸਿੰਪਲ ਐਲੀਮੈਂਟਸ 'ਚ ਕਨਵਰਟ ਹੋ ਗਏ ਆ। ਉਹ ਐਲੀਮੈਂਟਸ ਮਿੱਟੀ ਦੇ ਵਿੱਚ ਚਲੀਆਂ ਗਈਆਂ, ਮਿੱਟੀ ਦੇ ਵਿੱਚ ਉਹਨਾਂ ਨੂੰ ਫਿਰ ਤੋਂ ਦੁਬਾਰਾ ਕਿਹਨੇ ਲੈ ਲਿਆ, ਪੌਦਿਆਂ ਨੇ ਫਿਰ ਤੋਂ ਦੁਬਾਰਾ ਐਬਜ਼ੋਰਬ ਕਰ ਲਿਆ, ਉਹ ਪੌਦੇ ਫਿਰ ਤੋਂ ਦੁਬਾਰਾ ਜਾਨਵਰ ਨੇ ਖਾ ਲਏ ਹੈ। ਸੋ ਇਸ ਤਰੀਕੇ ਦੇ ਨਾਲ ਇੱਕ ਸਾਈਕਲ ਚੱਲਦਾ ਰਹਿੰਦਾ। ਸੋ ਬੱਚੇ ਫਿਰ ਤੋਂ ਦੁਬਾਰਾ ਉਹਨੇ ਲਿਵਿੰਗ ਔਰਗੇਨਿਜ਼ਮ ਦੇ ਬਾਰੇ 'ਚ ਦੱਸਿਆ, ਕਹਿੰਦਾ ਜੇਕਰ ਅਸੀਂ ਉੱਪਰ ਵਾਲੇ ਸਾਰੇ ਕਰੈਕਟਰਿਸਟਿਕਸ ਦੇਖੀਏ, ਇਹਨੂੰ ਸਾਰਾ ਅਸੀਂ ਸਮਰਾਈਜ਼ ਜੇਕਰ ਅਸੀਂ ਕਰੀਏ, ਠੀਕ ਹੈ। ਸੋ ਅਸੀਂ ਇਹ ਦੇਖਾਂਗੇ ਕਿ ਲਿਵਿੰਗ ਔਰਗੇਨਿਜ਼ਮ ਅਤੇ ਨੋਨ ਲਿਵਿੰਗ ਔਰਗੇਨਿਜ਼ਮ ਦੇ ਕਰੈਕਟਰਿਸਟਿਕਸ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ। ਪਰ ਹਿਊਮਨ ਬੀਇੰਗ ਦੇ ਵਿੱਚ ਥੋੜ੍ਹੀ ਜਿਹੀ ਕੰਪਲੀਕੇਸ਼ਨ ਇਸ ਗੱਲ ਦੀ ਹੈਗੀ ਹੈ ਕਿ ਜੇਕਰ ਕੋਈ ਪਰਸਨ ਕੋਮਾ ਦੇ ਵਿੱਚ ਹੈ, ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਲਿਵਿੰਗ ਹੈ, ਪਰ ਅਸੀਂ ਉਹਨੂੰ ਡੈਡ ਵੀ ਨਹੀਂ ਮੰਨ ਸਕਦੇ, ਠੀਕ ਹੈ ਨਾ। ਕਿ ਪੇਸ਼ੈਂਟ ਦਾ ਬ੍ਰੇਨ ਡੈਡ ਹੈ, ਉਹਦੀ ਕੌਨਸ਼ੀਅਸਨੈਸ ਨਹੀਂ ਹੈਗੀ, ਉਹਨੂੰ ਹੋਸ਼ ਨਹੀਂ ਹੈ, ਪਰ ਉਹ ਮਸ਼ੀਨਾਂ ਦੇ ਥਰੂ ਉਹਦਾ ਹਾਰਟ ਅਤੇ ਲੰਗ ਤਾਂ ਚੱਲ ਹੀ ਰਹੇ ਆ ਨਾ, ਲੰਗਸ, ਇਸ ਕਰਕੇ ਅਸੀਂ ਉਹਨੂੰ ਡੈਡ ਨਹੀਂ ਮੰਨ ਸਕਦੇ ਹਾਂ, ਠੀਕ ਹੈ। ਸੋ ਲਿਵਿੰਗ ਔਰਗੇਨਿਜ਼ਮ ਜਿਹੜੇ ਆ ਉਹਨਾਂ ਨੂੰ ਲਿਵਿੰਗ ਮੰਨਿਆ ਜਾਂਦਾ, ਠੀਕ ਹੈ, ਕਿਉਂਕਿ ਆਪਣੇ ਆਪ ਨੂੰ ਸੈਲਫ ਰੈਪਲੀਕੇਟ ਕਰਦੇ ਪਏ ਆ, ਹੈ ਨਾ। ਉਹਨਾਂ ਦੇ ਅੰਦਰ ਸੈਲਫ ਰੈਗੂਲੇਟਰੀ ਇੱਕ ਸਿਸਟਮ ਜਿਹੜਾ ਹੈਗਾ ਲੱਗਾ ਹੋਇਆ, ਉਹ ਰਿਸਪੌਂਸ ਦਿੰਦੇ ਆ। ਸੋ ਕਰੈਕਟਰਿਸਟਿਕਸ ਤਾਂ ਹੈ ਹੀ ਹੈ ਨਾ ਲਿਵਿੰਗ ਔਰਗੇਨਿਜ਼ਮ ਦੇ। ਸੋ ਇੱਥੇ ਤੱਕ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ।